ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਅਸੀਂ ਪਲੱਸ 2 ਜਮਾਤ ਦਾ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਵਿਸ਼ਾ ਸਟੱਡੀ ਕਰ ਰਹੇ ਹਾਂ। ਤੀਜੇ ਚੈਪਟਰ ਤੇ ਆਪਾਂ ਪਹੁੰਚ ਚੁੱਕੇ ਹਾਂ। ਅੱਜ ਜਿਹੜਾ ਪ੍ਰਸ਼ਨ ਆਪਾਂ ਸਟੱਡੀ ਕਰਨਾ ਉਹ ਹੈਗਾ ਕਿ PhD ਇਨ ਫਿਜ਼ੀਕਲ ਐਜੂਕੇਸ਼ਨ ਬਾਰੇ ਜਾਣਕਾਰੀ ਦਿੱਤੀ ਜਾਵੇ। ਤਾਂ ਉਹ ਪ੍ਰਸ਼ਨ ਜਿਹੜਾ ਹੈਗਾ ਆਪਾਂ ਹੱਲ ਕਰੀਏ ਉਸ ਤੋਂ ਪਹਿਲਾਂ ਥੋੜੀ ਜਿਹੀ ਆਪਾਂ ਭੂਮਿਕਾ ਬੰਨ ਲਈਏ, ਥੋੜੀ ਜਿਹੀ ਗੱਲ ਇਸ ਬਾਰੇ ਕਰ ਲਈਏ। ਤਾਂ ਇਸ ਵੀਡੀਓ ਤੋਂ ਪਹਿਲਾਂ ਜਿਹੜੀ ਵੀਡੀਓ ਸੀਗੀ ਉਹ ਸੀਗੀ ਕਿ ਮਾਸਟਰ ਆਫ ਫਿਲਾਸਫੀ ਇਨ ਫਿਜ਼ੀਕਲ ਐਜੂਕੇਸ਼ਨ। ਉਹਦੇ ਵਿੱਚ ਤਾਂ ਆਪਾਂ ਵਿਚਾਰਧਾਰਾ ਦੇ ਮਾਹਰ ਬਣਦੇ ਆਂ। ਕਿਹੜੀ ਵਿਚਾਰਧਾਰਾ? ਜਿਹੜੀ ਦੂਜਿਆਂ ਦੀ ਹੈਗੀ ਹੈ, ਜਿਹੜੀ ਹੁਣ ਤੱਕ ਲੋਕਾਂ ਨੇ ਪੇਸ਼ ਕੀਤੀ ਹੈ, ਤਾਂ ਆਪਾਂ ਉਹਦੇ ਮਾਹਰ ਬਣ ਜਾਂਦੇ ਆ ਤੇ ਥੋੜੀ ਬਹੁਤੀ ਆਪਾਂ ਤਬਦੀਲੀ ਕਰਕੇ ਨਵੇਂ ਹਾਲਾਤਾਂ ਮੁਤਾਬਕ ਸੋਧ ਕਰ ਦਿੰਦੇ। ਹੁਣ ਗੱਲ ਆਉਂਦੀ ਹੈ ਕਿ ਜਿਹੜੀ PhD ਹੈ ਇਹ ਕੀ ਹੈ? ਇਹ ਹੈਗਾ ਜੀ ਡਾਕਟਰੇਟ ਆਫ ਫਿਲਾਸਫੀ। ਡਾਕਟਰ ਆਫ ਫਿਲਾਸਫੀ ਦਾ ਮਤਲਬ ਕੀ ਹੈ? ਕਿ ਜਿਹੜੀ ਵਿਚਾਰਧਾਰਾ ਹੈਗੀ ਹੈ ਉਹ ਹੀ ਖੁਦ ਦੀ ਹੈ। ਵਿਚਾਰਧਾਰਾ ਦਾ ਖੁਦ ਨਵਾਂ ਮਾਲਕ ਹੈ। ਜਿਹੜਾ ਡਾਕਟਰ ਆਫ ਫਿਲਾਸਫੀ ਹੈ ਉਹ ਆਪਣੀ ਹੀ ਨਵੀਂ ਵਿਚਾਰਧਾਰਾ ਪੇਸ਼ ਕਰਦਾ। ਉਹ ਕੁਝ ਖੋਜਾਂ ਕਰਦਾ, ਖੋਜਾਂ ਤੋਂ ਬਾਅਦ ਆਪਣੇ ਵਿਚਾਰ ਪੇਸ਼ ਕਰਦਾ, ਯਾਨੀ ਕਿ ਉਸ ਦੀ ਨਵੀਂ ਖੋਜ ਹੁੰਦੀ ਹੈ। ਇਹੀ ਫਰਕ ਹੈਗਾ ਦੋਨੋਂ ਕੋਰਸਸ ਦੇ ਵਿੱਚ ਕਿ ਮਾਸਟਰ ਆਫ ਫਿਲਾਸਫੀ ਦੇ ਵਿੱਚ ਅਸੀਂ ਵਿਚਾਰਧਾਰਾ ਦੇ ਮਾਹਰ ਬਣਦੇ ਹਾਂ, ਡਾਕਟਰ ਆਫ ਫਿਲਾਸਫੀ ਦੇ ਵਿੱਚ ਆਪ ਦਾ ਨਵਾਂ ਵਿਚਾਰ ਹੀ ਦੇ ਦਿੰਦੇ। ਤੇ ਆਓ ਆਪਾਂ ਸਟੱਡੀ ਕਰਦੇ ਹਾਂ PhD ਬਾਰੇ। ਤਾਂ ਪਾਠ ਤੀਜਾ, ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ। ਤਾਂ ਕਿੱਤਿਆਂ ਦੀ ਗੱਲ ਕਰਦੇ ਪਏ ਆਪਾਂ। ਪ੍ਰਸ਼ਨ ਹੈਗਾ ਡਾਕਟਰ ਆਫ ਫਿਲਾਸਫੀ PhD ਬਾਰੇ ਜਾਣਕਾਰੀ ਦਿਓ। ਭੂਮਿਕਾ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਤੁਹਾਨੂੰ ਕਿ ਜਿਹੜਾ ਡਾਕਟਰ ਆਫ ਫਿਲਾਸਫੀ ਹੈਗਾ, ਇਹਦੇ ਵਿੱਚ ਜਿਹੜਾ ਵਿਅਕਤੀ ਡਾਕਟਰ ਆਫ ਫਿਲਾਸਫੀ ਪੜ੍ਹਦਾ ਹੈਗਾ, ਸਟੱਡੀ ਕਰਦਾ ਹੈਗਾ ਤੇ ਡਾਕਟਰੇਟ ਹਾਸਲ ਕਰ ਲੈਂਦਾ ਹੈ, ਉਹ ਆਪਣੀ ਨਵੀਂ ਵਿਚਾਰਧਾਰਾ ਪੇਸ਼ ਕਰਦਾ ਹੈ, ਉਹ ਖੋਜ ਕਰਦਾ ਹੈ। ਹੁਣ ਗੱਲ ਆਉਂਦੀ ਹੈ ਕਿ ਯੋਗਤਾ ਕੀ ਹੈ। ਯੋਗਤਾ ਦੇ ਵਿੱਚ ਇੱਕ ਤਾਂ ਹੋ ਸਕਦਾ ਹੈ ਕਿ MPEd ਕੀਤੀ ਹੋਵੇ, ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਮਾਸਟਰ ਡਿਗਰੀ ਦਾ ਕੋਰਸ ਕੀਤਾ ਹੋਵੇ, ਕਿਹਦੇ ਨਾਲ? 55% ਅੰਕਾਂ ਨਾਲ। ਜਾਂ ਫਿਰ ਉਹਨੇ ਕੀ ਕੀਤਾ ਹੋਵੇ? MPhil ਕੀਤੀ ਹੋਵੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ। ਦੂਜੇ ਨੰਬਰ ਤੇ ਐਂਟਰੈਂਸ ਟੈਸਟ ਹੈਗਾ। ਇਹ ਐਂਟਰੈਂਸ ਟੈਸਟ ਜਿਹੜਾ ਹੈਗਾ ਇਹ ਦੇਣਾ ਜ਼ਰੂਰੀ ਹੈ ਤੇ ਇਹਦੇ ਵਿੱਚੋਂ ਪਾਸ ਹੋਣਾ ਵੀ ਬਹੁਤ ਜ਼ਰੂਰੀ ਹੈ। ਕੁਝ ਯੂਨੀਵਰਸਿਟੀਆਂ MPhil ਫਿਜ਼ੀਕਲ ਐਜੂਕੇਸ਼ਨ ਵਾਲੇ ਵਿਦਿਆਰਥੀ ਨੂੰ ਡਾਇਰੈਕਟ PhD ਦੇ ਵਿੱਚ ਐਡਮਿਸ਼ਨ ਦੇ ਦਿੰਦੀਆਂ ਨੇ, ਪਰ ਬਾਕੀ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਐਂਟਰੈਂਸ ਟੈਸਟ MPhil ਵਾਲਿਆਂ ਦਾ ਵੀ ਲੈਂਦੀਆਂ ਨੇ। ਤਾਂ ਇਹਦੇ ਲਾਭ ਕੀ ਹੈ ਜੀ? ਲਾਭ ਇੱਕ ਤਾਂ ਕਾਲਜ ਲੈਕਚਰਰ ਲੱਗ ਸਕਦੇ ਆ। ਤੁਸੀਂ ਆਖੋਗੇ ਜੀ ਕਾਲਜ ਲੈਕਚਰਰ ਤਾਂ MPEd ਕਰਕੇ ਵੀ ਲੱਗ ਸਕਦੇ। ਹਾਂਜੀ ਬਿਲਕੁਲ, ਕਾਲਜ ਲੈਕਚਰਰ ਤਾਂ ਤੁਸੀਂ MPhil ਕਰਕੇ ਵੀ ਲੱਗ ਸਕਦੇ ਹੋ, ਪਰ ਜੇ PhD ਕੀਤੀ ਹੈ ਤਾਂ ਉਹ MPhil ਤੋਂ ਵੀ ਪਹਿਲ ਦੇਣਗੇ ਜੇ ਕਾਲਜ ਲੈਕਚਰਰ ਦੀ ਪੋਸਟ ਕੋਈ ਵੇਕੈਂਟ ਹੈਗੀ ਤਾਂ। ਉਸ ਤੋਂ ਬਾਅਦ ਕੀ ਹੈਗਾ ਜੀ, ਯੂਨੀਵਰਸਿਟੀ ਦੇ ਵਿੱਚ ਵੀ ਪ੍ਰੋਫੈਸਰ ਲੱਗ ਸਕਦੇ। ਜਦੋਂ PhD ਕੀਤੀ ਹੈ ਤਾਂ ਸਭ ਤੋਂ ਜਿਹੜੀ ਉੱਚੀ ਡਿਗਰੀ ਹੈ ਤੁਹਾਡੇ ਕੋਲ ਹੈ, ਤਾਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਵੀ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਸਕਦੇ ਹੋ। ਤਾਂ ਪਿਆਰੇ ਵਿਦਿਆਰਥੀਓ, ਅੱਜ ਅਸੀਂ ਜਾਣਿਆ PhD ਬਾਰੇ। ਜਿਹੜੇ ਵਿਦਿਆਰਥੀ ਪੜ੍ਹਨ 'ਚ ਵੀ ਚੰਗੇ ਨੇ, ਉਹਨਾਂ ਦੀ ਬਿਰਤੀ ਵੀ ਖੋਜ ਵਾਲੀ ਹੈ, ਉਹ ਕੁਝ ਨਾ ਕੁਝ ਖੋਜਾਂ ਹੀ ਕਰਦੇ ਰਹਿੰਦੇ ਆ। ਤਾਂ ਤੁਸੀਂ ਖੇਡਾਂ ਦੇ ਵਿੱਚ ਵੀ ਖੋਜਾਂ ਕਰ ਸਕਦੇ ਹੋ, ਕਿਸੇ ਨਾ ਕਿਸੇ ਫਿਜ਼ੀਕਲ ਐਜੂਕੇਸ਼ਨ ਦੇ ਚੈਪਟਰ ਦੀ ਨਵੀਂ ਖੋਜ ਕਰ ਸਕਦੇ ਹੋ, ਯੋਗਾ ਦੇ ਵਿੱਚ ਖੋਜ ਕਰ ਸਕਦੇ ਹੋ। ਜਦੋਂ ਆਪਦੇ ਥੀਸਿਸ ਤੁਸੀਂ ਜਮ੍ਹਾਂ ਕਰਾਓਗੇ, ਉਹ ਪ੍ਰਵਾਨ ਹੋ ਜਾਂਦੇ ਆ, ਤਾਂ ਤੁਸੀਂ ਵੀ ਜਿਹੜਾ ਹੈਗਾ ਡਾਕਟਰ ਬਣ ਜਾਓਗੇ। ਡਾਕਟਰ ਕਿਹੜੇ? ਉਹ ਨਹੀਂ ਟੀਕਾ ਲਾਉਣ ਵਾਲੇ, ਮਾਹਰ ਕਿਸ ਦੇ? ਆਪਦੀ ਖੋਜ, ਆਪਦੇ ਨਵੀਂ ਵਿਚਾਰਧਾਰਾ ਦੇ ਮਾਹਰ। ਤਾਂ ਡਾਕਟਰ ਆਫ ਫਿਲਾਸਫੀ ਇਨ ਫਿਜ਼ੀਕਲ ਐਜੂਕੇਸ਼ਨ ਤੁਸੀਂ ਡਿਗਰੀ ਹਾਸਲ ਕਰ ਲਓਗੇ। ਤੇ ਟੈਲੀਵਿਜ਼ਨ ਦੇ ਵਿੱਚ ਤੁਹਾਡੀ ਇੰਟਰਵਿਊ ਆਊਗੀ, ਰੇਡੀਓ ਦੇ ਵਿੱਚ ਤੁਹਾਡੀ ਇੰਟਰਵਿਊ ਆਊਗੀ, ਤਾਂ ਤੁਹਾਨੂੰ ਸਮਾਜ ਪਹਿਚਾਨੂਗਾ ਜੇਕਰ ਤੁਸੀਂ ਇਹ ਡਿਗਰੀ ਹਾਸਲ ਕਰ ਲੈਂਦੇ ਹੋ। ਤਾਂ ਅਸੀਂ ਪਾਠ ਤੀਜਾ ਸਟੱਡੀ ਕਰ ਰਹੇ ਹਾਂ ਤੇ ਤੀਜੇ ਪਾਠ ਸਟੱਡੀ ਕਰਦੇ ਵਕਤ ਅਸੀਂ ਪਹੁੰਚੇ ਹਾਂ ਯੋਗ ਨਾਲ ਸੰਬੰਧਿਤ ਪ੍ਰਸ਼ਨਾਂ ਤੇ। ਤਾਂ ਪਿਆਰੇ ਵਿਦਿਆਰਥੀਓ, ਥੋੜੀ ਜਿਹੀ ਗੱਲ ਮੈਂ ਦੱਸ ਦਿਆਂ ਯੋਗ ਬਾਰੇ ਕਿ ਜਿਹੜਾ ਇਹ ਯੋਗ ਸ਼ਬਦ ਹੈ ਜਾਂ ਯੋਗਾ ਸ਼ਬਦ ਹੈ, ਅੰਗਰੇਜ਼ੀ 'ਚ ਆਪਾਂ ਯੋਗਾ ਕਹਿੰਦੇ ਹਾਂ, ਪੰਜਾਬੀ ਦੇ ਵਿੱਚ ਆਪਾਂ ਯੋਗ ਕਹਿੰਦੇ ਹਾਂ, ਹਿੰਦੀ ਦੇ ਵਿੱਚ ਵੀ ਆਪਾਂ ਯੋਗ ਕਹਿੰਦੇ ਹਾਂ। ਇਹ ਜਿਹੜਾ ਯੋਗ ਭਾਰਤੀ ਸ਼ਬਦ ਹੈਗਾ, ਇਹਦਾ ਮਤਲਬ ਹੁੰਦਾ ਹੈ ਜੋੜ। ਹੁਣ ਜੋੜ ਦਾ ਮਤਲਬ ਤਾਂ ਇਹ ਹੈ ਵੀ ਜਿਵੇਂ ਆਪਾਂ ਦੋ ਅੰਕਾਂ ਨੂੰ ਆਪਸ ਵਿੱਚ ਜੋੜ ਦਿੰਦੇ,
ਦੋ ਚੀਜ਼ਾਂ ਨੂੰ ਜੋੜ ਦਿੰਦੇ, ਬਿਲਕੁਲ ਜਿਵੇਂ ਦੋ ਚੀਜ਼ਾਂ ਨੂੰ ਆਪਾਂ ਜੋੜ ਦਿੰਦੇ ਆ, ਦੋ ਅੰਕਾਂ ਨੂੰ ਜੋੜ ਦਿੰਦੇ ਆ, ਇਸੇ ਤਰ੍ਹਾਂ ਹੀ ਕੁਝ ਸਰੀਰਕ ਕਿਰਿਆਵਾਂ ਰਾਹੀਂ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਸਾਧਨ ਹੈ ਇਹ ਯੋਗ। ਤਾਂ ਕਹਿਣ ਦਾ ਭਾਵ, ਜੋੜ ਦਾ ਭਾਵ ਹੈ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ। ਕਿਸ ਤਰ੍ਹਾਂ? ਕੁਝ ਸਰੀਰਕ ਕਿਰਿਆਵਾਂ ਕਰਕੇ ਕਰਦੇ ਅਸੀਂ ਸਰੀਰਕ ਕਿਰਿਆਵਾਂ, ਉਹਦੇ ਨਾਲ ਸਾਡਾ ਮਨ ਸਵਸਥ ਹੁੰਦਾ ਹੈ, ਮਨ ਦੇ ਵਿੱਚ ਵਿਚਾਰ ਵਧੀਆ ਬਣਦੇ ਨੇ ਤੇ ਅਸੀਂ ਇਹੋ ਜਿਹੀ ਸਥਿਤੀ ਦੇ ਵਿੱਚ ਪਹੁੰਚ ਜਾਂਦੇ ਹਾਂ ਕਿ ਜਿੱਥੇ ਸਾਨੂੰ ਆਤਮਿਕ ਰੂਪ ਦੇ ਵਿੱਚ ਸ਼ਾਂਤੀ ਮਿਲਦੀ ਹੈ। ਉਹ ਸ਼ਾਂਤੀ ਪ੍ਰਤੀਕ ਹੈ ਪਰਮਾਤਮਾ ਦਾ। ਤਾਂ ਪਿਆਰੇ ਵਿਦਿਆਰਥੀਓ, ਇਹ ਤਾਂ ਗੱਲ ਹੋਈ ਯੋਗ ਦੀ। ਯੋਗ ਜਿਹੜਾ ਹੈਗਾ ਹੁਣ ਸਾਡੇ ਸੰਸਾਰ ਵਾਸਤੇ, ਸਾਡੇ ਸਮਾਜ ਵਾਸਤੇ ਬਹੁਤ ਜ਼ਰੂਰੀ ਹੋ ਗਿਆ। ਕਿਉਂ? ਉਹਦਾ ਕਾਰਨ ਇਹ ਹੈ ਕਿ ਅਸੀਂ ਕੁਦਰਤ ਦੇ ਵਿੱਚ ਰਹਿਣ ਦੀ ਥਾਂ ਤੇ ਬਨੌਟੀ ਸਾਧਨਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਅੱਜ ਸਿਮੈਂਟਡ ਛੱਤਾਂ ਦੇ ਹੇਠਾਂ ਪਲਾਸਟਿਕ ਦੀਆਂ ਚੀਜ਼ਾਂ, ਲੋਹੇ ਦੀਆਂ ਚੀਜ਼ਾਂ ਦੇ ਆਸੇ-ਪਾਸੇ ਘਿਰੇ ਪਏ ਹਾਂ। ਅਸੀਂ ਜੋ ਖਾਣਾ ਖਾਂਦੇ ਆ ਉਹ ਵੀ ਕੁਦਰਤੀ ਨਹੀਂ ਹੈਗਾ, ਪ੍ਰਾਕਿਰਤਿਕ ਨਹੀਂ ਹੈਗਾ। ਅਸੀਂ ਉਸ ਦੇ ਵਿੱਚ ਵੀ ਬਹੁਤ ਕੁਝ ਇਹੋ ਜਿਹਾ ਕਰ ਦਿੱਤਾ ਕਿ ਉਹ ਕੁਦਰਤ ਤੋਂ ਦੂਰ ਹੋ ਗਿਆ। ਜਿਵੇਂ ਖਾਣਾ ਪਕਾਉਣਾ ਵੀ ਅਸਲ ਦੇ ਵਿੱਚ ਇਹ ਕੁਦਰਤ ਤੋਂ ਦੂਰ ਹੋਣਾ ਸੀ, ਪਰ ਪਕਾਉਣ ਦੇ ਨਾਲ ਨਾਲ ਹੁਣ ਤਾਂ ਆਪਾਂ 15-15 ਦਿਨ, 20-20 ਦਿਨ, ਮਹੀਨਾ ਪਹਿਲਾਂ ਦਾ ਬਣਿਆ ਹੋਇਆ ਡਿੱਬਾ ਬੰਦ ਖਾਣਾ ਖਾ ਰਹੇ ਹਾਂ। ਤਾਂ ਹੋਇਆ ਕਿ ਸਾਡੀ ਦਿਨਚਰਿਆ ਇਹੋ ਜਿਹੀ ਬਣ ਗਈ ਜਿਹਦੇ ਨਾਲ ਅਸੀਂ ਗੈਰ ਕੁਦਰਤੀ ਹੁੰਦੇ ਗਏ। ਅਸੀਂ ਖਾਣਾ ਵੀ ਗੈਰ ਕੁਦਰਤੀ ਖਾਧਾ, ਹਵਾ ਪਾਣੀ ਵੀ ਸਾਡਾ ਗੈਰ ਕੁਦਰਤੀ ਵਰਗਾ ਹੋ ਗਿਆ, ਕਿਉਂਕਿ ਹੁਣ ਦੀ ਹਵਾ ਦੇ ਵਿੱਚ ਆਕਸੀਜਨ ਦੀ ਮਾਤਰਾ ਘਟ ਗਈ, ਪੋਲੂਸ਼ਨ ਜ਼ਿਆਦਾ ਹੋ ਗਿਆ। ਇਧਰੋਂ ਖੁਰਾਕ ਮਾੜੀ ਹੋ ਗਈ, ਇਧਰੋਂ ਹਵਾ ਮਾੜੀ ਹੋ ਗਈ, ਪਾਣੀ ਵੀ ਮਾੜਾ ਹੋ ਗਿਆ ਕਿਉਂਕਿ ਫੈਕਟਰੀਆਂ ਦਾ ਪਾਣੀ ਜਿਹੜਾ ਹੈਗਾ ਰਲਣ ਲੱਗ ਗਿਆ ਪੀਣ ਵਾਲੇ ਪਾਣੀ ਦੇ ਵਿੱਚ। ਤਾਂ ਅਨੇਕਾਂ ਕਾਰਨ ਬਣੇ ਜਿਹਦੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹੁਣ ਗੈਰ ਕੁਦਰਤੀ ਜ਼ਿੰਦਗੀ ਜਿਉ ਰਹੇ ਹਾਂ। ਤੇ ਜਿਹੜਾ ਆਪਾਂ ਹੁਣ ਆਹ YouTube ਤੇ ਵੀਡੀਓ ਦੇਖਦੇ ਹਾਂ, ਇਹ ਕਿਹੜਾ ਕੁਦਰਤੀ ਹੈ? ਇਹ ਵੀ ਗੈਰ ਕੁਦਰਤੀ ਹੈ। ਪਰ ਕੀ ਕਰੀਏ, ਹੁਣ ਸਾਡੀ ਮਜਬੂਰੀ ਬਣ ਗਈ। ਅਸੀਂ ਜਿਹੋ ਜਿਹਾ ਲਾਈਫ ਸਟਾਈਲ ਬਣਾ ਲਿਆ ਹੈਗਾ, ਇਸ ਦੇ ਵਿੱਚ ਹੀ ਸਾਨੂੰ ਗੁਜ਼ਾਰਾ ਕਰਨਾ ਪਏਗਾ, ਇਸੇ 'ਚ ਸਾਨੂੰ ਰਹਿਣਾ ਪਏਗਾ। ਤਾਂ ਪਿਆਰੇ ਵਿਦਿਆਰਥੀਓ, ਜੇਕਰ ਆਪਾਂ ਗੱਲ ਨੂੰ ਸਮਝ ਜਾਂਦੇ ਹਾਂ ਤਾਂ ਥੋੜਾ ਬਹੁਤ ਆਪਾਂ ਕੁਦਰਤ ਨਾਲ ਜੁੜ ਸਕਦੇ ਹਾਂ। ਕੁਦਰਤ ਨਾਲ ਜੋੜਦਾ ਕੌਣ ਹੈ? ਯੋਗ। ਆਪਾਂ ਯੋਗ ਨੂੰ ਕੁਦਰਤ ਨਾਲ ਜੋੜਨ ਵਾਸਤੇ ਤਾਂ ਵਰਤਣਾ ਹੀ ਵਰਤਣਾ ਹੈ। ਹੁਣ ਤਾਂ ਇਹ ਰੁਜ਼ਗਾਰ ਦਾ ਸਾਧਨ ਵੀ ਬਣ ਗਿਆ। ਤੁਸੀਂ ਆਖੋਗੇ ਰੁਜ਼ਗਾਰ ਦਾ ਕਿਵੇਂ ਸਾਧਨ ਬਣ ਗਿਆ? ਤਾਂ ਪਿਆਰੇ ਵਿਦਿਆਰਥੀਓ, ਹੁਣ ਸਾਨੂੰ ਯੋਗ ਸਿਖਾਉਣ ਨਾਲ ਆਮਦਨ ਵੀ ਹੁੰਦੀ ਹੈ। ਕਿਹੜੇ ਕੋਰਸਸ ਨਾਲ ਸਾਨੂੰ ਯੋਗ ਸਿਖਾਉਂਦੇ ਹੋਏ, ਯੋਗ ਕਰਦੇ ਹੋਏ ਆਮਦਨ ਵੀ ਹੋ ਸਕਦੀ ਹੈ, ਉਹਨਾਂ ਕੋਰਸਾਂ ਬਾਰੇ ਅੱਜ ਆਪਾਂ ਜਾਣਦੇ ਹਾਂ। ਪਿਆਰੇ ਵਿਦਿਆਰਥੀਓ, +2 ਜਮਾਤ ਦਾ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਵਿਸ਼ਾ ਆਪਾਂ ਸਟੱਡੀ ਕਰਦੇ ਹਾਂ। ਸਰੀਰਕ ਸਿੱਖਿਆ ਅਤੇ ਖੇਡਾਂ। ਪਾਠ 3, ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ। ਪ੍ਰਸ਼ਨ ਹੈਗਾ, ਯੋਗ ਮਾਹਰ ਬਣਨ ਲਈ ਕਿਹੜੇ ਕੋਰਸ ਕੀਤੇ ਜਾ ਸਕਦੇ ਹਨ? ਇਹਨਾਂ ਕੋਰਸਾਂ ਦੇ ਲਾਭ ਵੀ ਦੱਸੋ ਅਤੇ ਯੋਗਤਾਵਾਂ ਵੀ। ਤਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਭੂਮਿਕਾ ਦੀ ਗੱਲ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਯੋਗ ਜਿਹੜਾ ਹੈਗਾ, ਯੋਗ ਆਸਨ ਜਿਹੜੇ ਨੇ, ਉਹਨਾਂ ਨਾਲ ਆਪਾਂ ਕਈ ਸਰੀਰਕ ਤੇ ਮਾਨਸਿਕ ਬਿਮਾਰੀਆਂ ਦੂਰ ਕਰ ਸਕਦੇ ਹਾਂ। ਅੱਜ ਯੋਗ ਦਾ ਬਹੁਤ ਜ਼ਿਆਦਾ ਮਹੱਤਵ ਵੱਧ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਯੋਗ ਦੇ ਮਾਹਰ ਹੈ, ਉਹਨਾਂ ਦੀਆਂ ਪੋਸਟਾਂ ਸਾਡੇ ਸਕੂਲ ਦੇ ਵਿੱਚ ਵੀ ਹੋਣਗੀਆਂ। ਜਿਵੇਂ ਅੱਜ PTI, DP, ਫਿਜ਼ੀਕਲ ਦੇ ਲੈਕਚਰਰ ਨੇ, ਬਿਲਕੁਲ ਉਸੇ ਤਰ੍ਹਾਂ ਹੀ ਯੋਗ ਦੇ ਮਾਹਰ ਦੀ ਪੋਸਟ ਵੀ ਸਾਡੇ ਸਕੂਲਾਂ ਦੇ ਵਿੱਚ ਆ ਜਾਏਗੀ। ਯੋਗ ਜਿਹੜਾ ਹੈਗਾ ਹੁਣ ਸਾਰੇ ਹੀ ਹਸਪਤਾਲਾਂ ਦੇ ਵਿੱਚ, ਪ੍ਰਾਈਵੇਟ, ਸਰਕਾਰੀ, ਹਰ ਇੱਕ ਹਸਪਤਾਲ ਦੇ ਵਿੱਚ ਵੀ ਯੋਗ ਸਿਖਾਇਆ ਜਾਵੇਗਾ। ਤਾਂ ਆਪਾਂ ਯੋਗ ਨੂੰ ਜੇ ਸਿੱਖ ਜਾਂਦੇ ਹਾਂ ਅੱਜ ਸਹੀ ਸਮੇਂ ਤੇ, ਤਾਂ ਅਸੀਂ ਜਿਹੜਾ ਹੈਗਾ ਇਹਦੀ ਨੌਕਰੀ ਵੀ ਪ੍ਰਾਪਤ ਕਰ ਸਕਦੇ। ਕਿਹੜੇ ਸਰਟੀਫਿਕੇਟ ਨੇ ਉਹਦੇ ਬਾਰੇ ਆਪਾਂ ਅੱਜ ਜਾਣਦੇ ਹਾਂ। ਅੱਜ ਮੈਂ ਸਿਰਫ ਇੱਕ ਸਰਟੀਫਿਕੇਟ ਬਾਰੇ ਗੱਲ ਕਰਾਂਗਾ। ਇਸ ਤੋਂ ਅਗਲੀ ਵੀਡੀਓ ਦੇ ਵਿੱਚ ਦੂਜੇ ਜਿਹੜੇ ਹੋਰ ਯੋਗਾ ਦੇ ਕੋਰਸ ਨੇ ਉਹ ਵੀ ਆਪਾਂ ਗੱਲ ਕਰਾਂਗੇ। ਯੋਗ ਮਾਹਰ ਬਣਨ ਲਈ ਕੋਰਸ, ਇੱਕ ਛੋਟਾ ਜਿਹਾ ਕੋਰਸ ਹੈਗਾ, ਉਹਦਾ ਨਾਮ ਹੈ ਸਰਟੀਫਿਕੇਟ ਕੋਰਸ ਇਨ ਯੋਗ। ਸਰਟੀਫਿਕੇਟ ਕੋਰਸ ਇਨ ਯੋਗਾ। ਪਿਆਰੇ ਵਿਦਿਆਰਥੀਓ,
ਇਹਦਾ ਜਿਹੜਾ ਡਿਊਰੇਸ਼ਨ ਹੈ, ਸਮਾਂ ਹੈਗਾ, ਉਹ 40 ਦਿਨ ਦਾ ਹੈ। ਇਹ ਬੇਸਿਕ ਕੋਰਸ ਹੈ, ਯੋਗ ਨਾਲ ਸੰਬੰਧਿਤ ਬੇਸਿਕ ਕੋਰਸ ਹੈ। ਯੋਗਤਾ +2 ਜਮਾਤ ਪਾਸ ਹੋਵੇ। ਲਾਭ ਕਿਹੜੇ ਕਿਹੜੇ ਨੇ? ਯੋਗ ਇੰਸਟ੍ਰਕਟਰ ਬਣ ਸਕਦੇ ਹਾਂ। ਤਾਂ ਯੋਗ ਇੰਸਟ੍ਰਕਟਰ ਕੌਣ ਹੁੰਦਾ ਹੈ? ਜਿਹੜਾ ਯੋਗ ਨਾਲ ਸੰਬੰਧਿਤ ਸਾਨੂੰ ਦਿਸ਼ਾ ਨਿਰਦੇਸ਼ ਦਿੰਦਾ ਹੈ, ਸਾਨੂੰ ਹਦਾਇਤਾਂ ਦਿੰਦਾ ਹੈ, ਸਾਨੂੰ ਸਮਝਾਉਂਦਾ ਹੈ ਕਿ ਇਸ ਤਰ੍ਹਾਂ ਯੋਗ ਕਰੋ। ਦੂਜਾ ਨੰਬਰ, ਪ੍ਰਾਈਵੇਟ ਯੋਗ ਸੈਂਟਰ ਖੋਲ ਸਕਦੇ ਹਾਂ। ਜਦੋਂ ਅਸੀਂ ਯੋਗ ਇੰਸਟ੍ਰਕਟਰ ਬਣ ਗਏ, ਜਦੋਂ ਅਸੀਂ ਇਹ ਬੇਸਿਕ ਕੋਰਸ ਕਰ ਲਿਆ, ਤਾਂ ਅਸੀਂ ਪ੍ਰਾਈਵੇਟ ਤੌਰ ਤੇ ਯੋਗ ਸੈਂਟਰ ਖੋਲ ਸਕਦੇ ਹਾਂ ਤੇ ਉੱਥੇ ਆਪਾਂ ਦੂਜਿਆਂ ਨੂੰ ਯੋਗ ਸਿਖਾ ਸਕਦੇ ਹਾਂ। ਨੰਬਰ 3, ਘਰ ਜਾ ਕੇ ਯੋਗ ਸਿਖਾ ਸਕਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਅੱਜ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਇਹ ਹੋ ਗਿਆ ਕਿ ਜਿਹੜੇ ਵਿਅਕਤੀ ਕਿਤੇ ਘਰ ਤੋਂ ਬਾਹਰ ਨਹੀਂ ਜਾ ਸਕਦੇ, ਚਾਹੇ ਉਹ ਬਜ਼ੁਰਗ ਹੋ ਗਏ ਨੇ ਜਾਂ ਫਿਰ ਉਹ ਬਹੁਤ ਜ਼ਿਆਦਾ ਅਮੀਰ ਨੇ, ਜਿਹੜੇ ਅਮੀਰ ਨੇ ਉਹ ਆਪਦੇ ਪਰਿਵਾਰ ਦੇ ਮੈਂਬਰ ਵਾਸਤੇ ਯੋਗ ਸਿਖਾਉਣ ਵਾਲਾ ਹਾਇਰ ਕਰ ਲੈਂਦੇ ਨੇ। ਕਹਿਣ ਦਾ ਭਾਵ, ਜਿਸ ਤਰ੍ਹਾਂ ਟਿਊਸ਼ਨ ਪੜਾਉਣ ਵਾਲੇ ਕਿਸੇ ਦੇ ਘਰ ਜਾ ਕੇ 2 ਬੱਚਿਆਂ ਨੂੰ, 1 ਬੱਚੇ ਨੂੰ ਟਿਊਸ਼ਨ ਪੜਾਉਂਦੇ ਨੇ, ਬਿਲਕੁਲ ਇਸੇ ਤਰ੍ਹਾਂ ਹੀ ਯੋਗ ਸਿਖਾਉਣ ਵਾਲੇ ਘਰ ਜਾ ਕੇ ਯੋਗ ਦੀ ਟ੍ਰੇਨਿੰਗ ਦਿੰਦੇ ਨੇ, ਯੋਗ ਸਿਖਾਉਂਦੇ ਨੇ ਤੇ ਉਹਨਾਂ ਦੇ ਰੋਗ ਦੂਰ ਕਰਦੇ ਨੇ। ਚੌਥਾ ਪੁਆਇੰਟ ਹੈ ਜੀ, ਆਪਣੀ ਅਤੇ ਪਰਿਵਾਰ ਦੀ ਸਿਹਤ ਠੀਕ ਰੱਖ ਸਕਦੇ ਹਾਂ। ਇਹ ਆਪਣੇ ਵਾਸਤੇ ਫਾਇਦਾ ਹੈ। ਬਿਮਾਰੀਆਂ ਤੋਂ ਬਚ ਸਕਦੇ ਹਾਂ, ਇਹ ਆਪਣੇ ਵਾਸਤੇ ਫਾਇਦਾ ਹੈ। ਪੰਜਵਾਂ ਪੁਆਇੰਟ ਬੜਾ ਕੰਮ ਦਾ ਹੈ, ਸੇਵਾ ਕਰ ਸਕਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਸਾਡੇ ਵਿੱਚ ਸੇਵਾ ਭਾਵਨਾ ਵੀ ਹੁੰਦੀ ਹੈ। ਅਸੀਂ ਸਮਾਜ ਵਾਸਤੇ ਬਹੁਤ ਜ਼ਿਆਦਾ ਸੇਵਾ ਦੇ ਕੰਮ ਕਰਦੇ ਹਾਂ, ਜਿਹੜੇ ਨਿਰਸਵਾਰਥ ਹੁੰਦੇ ਹਨ, ਸਾਡਾ ਸਵਾਰਥ ਨਹੀਂ ਹੁੰਦਾ। ਹੁਣ ਦੇਖੋ, ਕਰੋਨਾ ਦਾ ਸਮਾਂ ਚੱਲ ਰਿਹਾ ਹੈ ਤੇ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਲੋਕ ਨੇ, ਉਹ ਲੋਕਾਂ ਵਾਸਤੇ ਲੰਗਰ ਪਕਾ ਕੇ ਘਰੋਂ ਘਰੀ ਦੇ ਕੇ ਆ ਰਹੇ ਨੇ। ਇਹ ਵੀ ਸਮਾਜ ਸੇਵਾ ਹੈ। ਤਾਂ ਜੇ ਅਸੀਂ ਯੋਗ ਸਿੱਖ ਜਾਂਦੇ ਹਾਂ ਤਾਂ ਅਸੀਂ ਸਮਾਜ ਦੀ ਸੇਵਾ ਕਰ ਸਕਦੇ ਹਾਂ, ਅਸੀਂ ਬਜ਼ੁਰਗਾਂ ਦੀਆਂ ਬਿਮਾਰੀਆਂ ਦੂਰ ਕਰ ਸਕਦੇ ਹਾਂ। ਅਸੀਂ ਇਹੋ ਜਿਹਾ ਕੋਈ ਖੁੱਲਾ ਥਾਂ, ਕੋਈ ਬਾਗ, ਕੋਈ ਸਟੇਡੀਅਮ, ਉੱਥੇ ਸਵੇਰੇ ਆਪ ਵੀ ਯੋਗਾ ਕਰ ਸਕਦੇ ਹਾਂ ਤੇ ਦੂਜਿਆਂ ਨੂੰ ਵੀ ਸਿਖਾ ਸਕਦੇ ਹਾਂ, ਫ੍ਰੀ ਦੇ ਵਿੱਚ ਸੇਵਾ ਕਰ ਸਕਦੇ ਹਾਂ। ਇਹਦੇ ਨਾਲ ਹੋਰ ਬਹੁਤ ਸਾਰੇ ਫਾਇਦੇ ਆ, ਪਰ ਆਪਾਂ ਲਾਲਚ 'ਚ ਨਹੀਂ ਜਾਣਾ। ਜੇ ਸੇਵਾ ਭਾਵਨਾ ਹੈ ਤਾਂ ਫਿਰ ਆਪਾਂ ਨਿਰਸਵਾਰਥ ਹੋ ਕੇ, ਬਿਨਾਂ ਕਿਸੇ ਸਵਾਰਥ ਦੇ ਸੇਵਾ ਕਰ ਸਕਦੇ ਹਾਂ ਯੋਗਾ ਦੇ ਵਿੱਚ। ਤਾਂ ਪਿਆਰੇ ਵਿਦਿਆਰਥੀਓ, ਇੱਕ 40 ਦਿਨ ਦਾ ਕੋਰਸ ਕਰਨ ਦੇ ਇੰਨੇ ਜ਼ਿਆਦਾ ਲਾਭ ਨੇ, ਤੇ ਜੇ ਕੋਰਸ 40 ਦਿਨ ਤੋਂ ਵੱਧ ਹੋਵੇ ਤਾਂ ਫਿਰ ਹੋਰ ਵੀ ਕਈ ਫਾਇਦੇ ਨੇ। ਤਾਂ ਆਪਾਂ ਉਹ ਫਾਇਦੇ ਕਿਹੜੇ ਨੇ, ਉਹ ਆਉਣ ਵਾਲੀ ਵੀਡੀਓਜ਼ ਦੇ ਵਿੱਚ ਜਾਣਾਂਗੇ। ਜਿਹੜਾ ਪ੍ਰਸ਼ਨ ਚੱਲ ਰਿਹਾ ਉਹ ਹੈਗਾ, ਯੋਗ ਮਾਹਰ ਬਣਨ ਦੇ ਕਿਹੜੇ ਕਿਹੜੇ ਕੋਰਸ ਹੈ। ਇਹਨਾਂ ਦੇ ਵਿੱਚ ਅਗਲੀ ਲੜੀ ਹੈ ਆਪਣੀ ਅੱਜ ਦੀ, ਉਹ ਹੈਗੀ ਹੈ ਕਿ ਬੈਚਲਰ ਆਫ ਯੋਗ। ਇਹ ਕਿਹੜਾ ਕੋਰਸ ਹੈ ਤੇ ਇਸ ਕੋਰਸ ਦੇ ਕੀ ਲਾਭ ਹੈ। ਤਾਂ ਪਿਆਰੇ ਵਿਦਿਆਰਥੀਓ, ਇਸ ਤੋਂ ਪਹਿਲਾਂ ਕਿ ਇਸ ਬਾਰੇ ਆਪਾਂ ਸਟੱਡੀ ਕਰੀਏ, ਥੋੜੀ ਜਿਹੀ ਗੱਲ ਯੋਗ ਦੀ ਜ਼ਰੂਰ ਕਰਾਂਗੇ। ਤਾਂ ਪਿਆਰੇ ਵਿਦਿਆਰਥੀਓ, ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਯੋਗ ਜਿਹੜਾ ਹੈਗਾ ਉਹ ਸਾਨੂੰ ਪਰਮਾਤਮਾ ਨਾਲ ਜੋੜਨ ਦਾ ਇੱਕ ਸਾਧਨ ਹੈ। ਯੋਗ ਦਾ ਮਤਲਬ ਜੋੜਨਾ। ਇਹਦੇ ਨਾਲ ਨਾਲ ਹੀ ਜਿਹੜੇ ਯੋਗੀ ਸੀਗੇ ਉਹਨਾਂ ਨੇ ਬੜੀਆਂ ਖੋਜਾਂ ਕੀਤੀਆਂ। ਸਾਡੇ ਸਰੀਰਕ ਤੇ ਮਾਨਸਿਕ ਰੋਗਾਂ ਨੂੰ ਦੂਰ ਕਰਨ ਵਾਸਤੇ ਵੀ ਜਿਹੜਾ ਹੈਗਾ ਯੋਗ ਬਹੁਤ ਮਹੱਤਵਪੂਰਨ ਹੈ। ਤੁਹਾਨੂੰ ਮੈਂ ਅੱਜ ਇੱਕ ਚਿੱਤਰ ਰਾਹੀਂ ਕੁਝ ਆਸਨ ਜਿਹੜੇ ਹੈ ਦਿਖਾਉਣਾ ਚਾਹਣਾ, ਤਾਂ ਕਿ ਤੁਸੀਂ ਪ੍ਰੇਰਿਤ ਹੋ ਜਾਓ। ਇਹੋ ਜਿਹੇ ਆਸਨ ਹੀ ਤਾਂ ਆਪਾਂ ਸਿੱਖਣੇ ਨੇ ਬੈਚਲਰ ਆਫ ਯੋਗ ਦੇ ਵਿੱਚ, ਤੇ ਬਸ ਇੰਨਾ ਕੁ ਕੰਮ ਹੁੰਦਾ ਹੈ ਤੇ ਆਪਾਂ ਇੱਕ ਡਿਗਰੀ ਵੀ ਹਾਸਲ ਕਰ ਸਕਦੇ ਹਾਂ ਤੇ ਉਹਦੇ ਨਾਲ ਆਪਾਂ ਯੋਗ ਮਾਹਰ ਵੀ ਬਣ ਸਕਦੇ ਹਾਂ, ਯੋਗ ਦੇ ਅਧਿਆਪਕ ਵੀ ਬਣ ਸਕਦੇ ਹਾਂ। ਬਾਕੀ ਗੱਲਾਂ ਆਪਾਂ ਨਾਲ ਨਾਲ ਕਰਾਂਗੇ। ਪਹਿਲਾਂ ਆਪਾਂ ਚਿੱਤਰ ਦੇਖਦੇ ਹਾਂ ਕਿ ਕਿਹੜੇ ਕਿਹੜੇ ਤਰ੍ਹਾਂ ਦੇ ਯੋਗ ਇਸ ਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਗਰਦਨ ਦਾ ਇੱਕ ਰੋਗ ਹੁੰਦਾ ਜਿਵੇਂ ਸਰਵਾਈਕਲ ਹੈ, ਇਸੇ ਤਰ੍ਹਾਂ ਸਪੌਂਡਲਾਈਟਿਸ ਹੈ, ਸਲਿਪ ਡਿਸਕ ਹੈ, ਸਾਡੀ ਢੂਈ ਦੇ ਵਿੱਚ ਕੋਈ ਦਰਦ ਹੋਣ ਲੱਗ ਜਾਂਦਾ ਹੈ, ਸਿਆਟਕਾ ਹੈ, ਸਾਡੇ ਜਿਹੜੀ ਲੱਤ ਹੈ ਕੋਈ ਇੱਕ ਦਰਦ ਕਰਨ ਲੱਗ ਜਾਂਦੀ ਹੈ, ਜਾਂ ਕਈ ਵਾਰੀ ਦੋਨੋਂ ਲੱਤਾਂ ਵੀ ਦਰਦ ਕਰਨ ਲੱਗ ਜਾਂਦੀਆਂ, ਵਿੱਚ ਕੋਈ ਵੱਡੀ ਨਾੜ ਹੁੰਦੀ ਹੈ ਉਹ ਦਰਦ ਕਰਦੀ ਹੈ। ਇਸੇ ਤਰ੍ਹਾਂ ਹੀ ਮੇਰੂਦੰਡ ਦੇ ਕੋਈ ਨੁਕਸ ਹੋ ਸਕਦੇ ਆ। ਉਹਨਾਂ ਸਭ ਲਈ ਆਸਨ ਹੈਗੇ ਨੇ। ਕੁਝ ਤਾਂ ਸੂਖਸ਼ਮ ਆਸਨ ਹੈ, ਜਿਵੇਂ ਆਪਾਂ ਵਾਰਮ ਅਪ ਦੀਆਂ ਐਕਸਰਸਾਈਜ਼ਸ ਕਰਦੇ ਸੀ ਨਾ, ਉਸੇ ਤਰ੍ਹਾਂ ਹੀ ਜਦੋਂ ਆਪਾਂ ਕੋਈ ਯੋਗ ਆਸਨ ਕਰਦੇ ਹਾਂ ਤਾਂ ਕੁਝ ਸੂਖਸ਼ਮ ਕਿਰਿਆਵਾਂ ਹੁੰਦੀਆਂ, ਸਾਰੀਆਂ ਸੂਖਸ਼ਮ ਕਿਰਿਆਵਾਂ ਹੀ ਹੈ।
ਉਸ ਤੋਂ ਬਾਅਦ ਅਨੇਕਾਂ ਹੀ ਇਸ ਦੇ ਜਿਹੜੇ ਤੁਸੀਂ ਯੋਗ ਕਰ ਸਕਦੇ ਹੋ, ਜਿਵੇਂ ਮਕਰਾਸਨ ਹੈ, ਭੁਜੰਗ ਆਸਨ ਹੈ, ਇਸੇ ਤਰ੍ਹਾਂ ਸ਼ਲਭ ਆਸਨ ਹੈ, ਇਸੇ ਤਰ੍ਹਾਂ ਹੀ ਧਨੁਰਾਸਨ ਹੈ, ਜਿਹਨੂੰ ਧਨੁਖ ਕਹਿੰਦੇ ਆਪਾਂ, ਧਨੁਰਾਸਨ ਹੈ, ਮਕਰਾਸਨ ਹੈ, ਇਸੇ ਤਰ੍ਹਾਂ ਕਟੀ ਉਤਾਸਨ ਹੈ, ਚੱਕਰਾਸਨ ਹੈ, ਇਹ ਆਮ ਹੀ ਆਪਾਂ ਕਰਦੇ ਰਹਿੰਦੇ ਆ ਸ਼ੌਂਕ ਨਾਲ ਹੀ, ਸੇਤੂਬੰਧ ਆਸਨ ਹੈ, ਇਸੇ ਤਰ੍ਹਾਂ ਵਕਰਾਸਨ ਹੈ, ਇੱਕ ਆਹ ਗੋਮੁਖ ਆਸਨ ਹੈ, ਇਹ ਨਾ ਗਲੇ ਦੇ ਰੋਗ ਕਈ ਸਾਡੇ ਦੂਰ ਹੁੰਦੇ ਆ ਇਹਦੇ ਨਾਲ। ਵਿਪਰੀਤ ਨੋਕਾਸਨ ਹੈ, ਨੋਕਾ ਦਾ ਮਤਲਬ ਹੁੰਦਾ ਕਿਸ਼ਤੀ, ਕਿਸ਼ਤੀ ਤੋਂ ਉਲਟ ਵਿਪਰੀਤ ਨੋਕਾਸਨ। ਤਾਂ ਇਸ ਤਰ੍ਹਾਂ ਆਪਾਂ ਹੋਰ ਵੀ ਤੁਹਾਨੂੰ ਦੱਸਦੇ ਹਾਂ ਕਿ ਕੁਝ ਆਸਨ, ਜਿਵੇਂ ਆਮ ਤੌਰ ਤੇ ਸਾਨੂੰ ਸਮੱਸਿਆ ਹੁੰਦੀ ਹੈ ਗੈਸ, ਕਬਜ਼, ਅਮਲ, ਸੰਪੂਰਨ ਉਦਰ ਰੋਗ, ਇਹ ਮਧੂਮੇਹ ਕੀ ਹੈ, ਸ਼ੂਗਰ, ਮੋਟਾਪਾ ਹੋ ਜਾਂਦਾ ਹੈ, ਉਹਨਾਂ ਵਾਸਤੇ ਵੀ ਕਈ ਆਸਨ ਹੈਗੇ ਆ, ਜਿਵੇਂ ਵਜਰ ਆਸਨ ਹੈ, ਬੜਾ ਸੌਖਾ ਜਿਹਾ ਹੁੰਦਾ, ਰੋਟੀ ਖਾਣ ਤੋਂ ਬਾਅਦ ਇੱਕ ਆਸਨ ਕਰੋ ਸਿਰਫ 2 ਮਿੰਟ, ਤਾਂ ਸਾਰਾ ਖਾਣਾ ਜਿਹੜਾ ਕਿ ਸਹੀ ਥਾਂ ਤੇ ਚਲਾ ਜਾਂਦਾ, ਹਾਜ਼ਮੇ ਦੇ ਵਿੱਚ ਮਦਦ ਕਰਦਾ। ਤਾਂ ਪਿਆਰੇ ਵਿਦਿਆਰਥੀਓ, ਇਹ ਸਾਰੇ ਆਸਨ ਨੇ। ਮੰਡੂਕ ਆਸਨ ਹੈ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਆਹ ਮਤਿਆਸਨ ਹੈ, ਯੋਗ ਮੁਦਰਾਸਨ ਹੈ, ਇਸੇ ਤਰ੍ਹਾਂ ਹੀ ਪਛਮ ਤਾਨਾਸਨ ਹੈ। ਇਸ ਤਰ੍ਹਾਂ ਸਾਰੇ ਜਿਹੜੇ, ਜਿਵੇਂ ਹਲ ਆਸਨ ਹੈ, ਹਲ ਆਪਾਂ ਪਾਉਂਦੇ ਹੁੰਦੇ ਸੀ ਨਾ, ਜਦੋਂ ਹਲ ਆਪਾਂ ਉਹਦੇ ਨਾਲ ਬਲਦਾਂ ਨਾਲ ਜੋੜਦੇ ਸੀ, ਉਸੇ ਤਰ੍ਹਾਂ ਇਹ ਫਿਗਰ ਬਣਦੀ ਹੈ। ਹਲ ਆਸਨ ਹੈ, ਕਰਨਪੀੜ ਆਸਨ ਹੈ, ਆਹ ਨੋਕ ਆਸਨ ਹੈ। ਤਾਂ ਪਿਆਰੇ ਵਿਦਿਆਰਥੀਓ, ਇਹ ਸਾਰੇ ਦੇ ਸਾਰੇ ਆਸਨ ਜਿਹੜੇ ਨੇ ਇਹ ਬੜੇ ਸਾਨੂੰ ਫਾਇਦਾ ਕਰਦੇ ਨੇ। ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਉਹਨਾਂ ਵਾਸਤੇ, ਮੋਟਾਪਾ ਹੋ ਜਾਂਦਾ ਹੈ, ਸਾਨੂੰ ਸ਼ੂਗਰ ਹੋ ਜਾਂਦੀ ਹੈ, ਪੈਨਕ੍ਰੀਆ ਕੰਮ ਨਹੀਂ ਕਰਦੀ, ਤਾਂ ਉਦੋਂ ਇਹ ਸਾਰੇ ਦੇ ਸਾਰੇ ਆਸਨ ਜਿਹੜੇ ਨੇ ਇਹ ਸਾਨੂੰ ਹੈਲਪ ਕਰਦੇ ਨੇ। ਇਹੋ ਜਿਹੇ ਹੀ ਆਸਨ ਅਸੀਂ ਸਿੱਖਣੇ ਨੇ। ਕਿੱਥੋਂ ਸਿੱਖਣੇ ਨੇ? ਯੋਗ ਦੇ ਜਿਹੜੇ ਕੋਰਸਸ ਹੁੰਦੇ ਨੇ ਉਹਦੇ ਵਿੱਚ। ਮੈਂ ਤਾਂ ਇਕੱਲੇ ਤਸਵੀਰਾਂ ਦਿਖਾਈਆਂ, ਉਹਦੇ 'ਚ ਇੱਕ ਇੱਕ ਆਸਨ ਸਹੀ ਢੰਗ ਨਾਲ ਕਿਵੇਂ ਕਰਨਾ ਹੈ। ਹੁਣ ਤੁਸੀਂ ਆਖੋਗੇ ਸਹੀ ਢੰਗ ਦਾ ਕੀ ਹੈ ਭਾਈ? ਇਹ ਉਸ ਤਰ੍ਹਾਂ ਦੀਆਂ ਐਕਸਰਸਾਈਜ਼ ਨਹੀਂ ਹੈਗੀਆਂ ਜਿਹੜੀਆਂ ਆਪਾਂ ਬਾਹਾਂ ਇੱਧਰ ਉੱਧਰ ਐ ਕਰ ਲੈਂਦੇ ਹਾਂ। ਇਹਦਾ ਸੰਬੰਧ ਯੋਗ ਦਾ ਸਾਡੀ ਸਾਹ ਕਿਰਿਆ ਨਾਲ ਹੈ। ਜਦੋਂ ਕੋਈ ਵੀ ਯੋਗ ਕਰਦੇ ਆ, ਜੇ ਸਾਨੂੰ ਇਹ ਪਤਾ ਵੀ ਕਿਹੜੇ ਆਸਨ ਵੇਲੇ, ਕਿਹੜੇ ਆਸਨ ਦੇ ਹਿੱਸੇ ਵੇਲੇ ਸਾਹ ਅੰਦਰ ਲੈ ਕੇ ਜਾਣਾ, ਕਦੋਂ ਕਿਸੇ ਆਸਨ ਦੇ ਹਿੱਸੇ ਵੇਲੇ ਸਾਹ ਬਾਹਰ ਕੱਢਣਾ, ਜੇ ਸਾਰਾ ਕੁਝ ਸਾਨੂੰ ਪਤਾ ਹੈ ਨਾ, ਫਿਰ ਸਹੀ ਮਾਇਨੇ ਦੇ ਵਿੱਚ ਅਸੀਂ ਯੋਗ ਕਰਦੇ ਆ। ਤੇ ਜੇ ਐਵੇਂ ਹੀ ਹੱਥ ਬਾਹਾਂ ਹਿਲਾਣੇ ਆ ਤਾਂ ਉਹ ਕੱਲੀ ਐਕਸਰਸਾਈਜ਼ ਹੁੰਦੀ ਹੈ। ਇਹ ਬਹੁਤ ਤਕੜਾ ਵਿਗਿਆਨ ਹੈ। ਪਿਆਰੇ ਵਿਦਿਆਰਥੀਓ, ਮੇਰੀ ਗੱਲ ਦਾ ਗੁੱਸਾ ਨਾ ਕਰਿਆ ਜੇ। ਸਾਨੂੰ ਬਹੁਤਿਆਂ ਨੂੰ ਤਾਂ ਸਾਹ ਲੈਣਾ ਹੀ ਨਹੀਂ ਆਉਂਦਾ, ਅਸੀਂ ਤਾਂ ਸਾਹ ਹੀ ਪੁੱਠਾ ਲਈ ਜਾਂਦੇ ਆ। ਸਾਨੂੰ ਇਹਨਾਂ ਕੋਰਸਸ ਰਾਹੀਂ ਸਾਨੂੰ ਇਹ ਪਤਾ ਲੱਗਦਾ ਸਾਹ ਕਿੱਦਾਂ ਸਹੀ ਲੈਣਾ, ਪੁੱਠਾ ਨਹੀਂ ਲੈਣਾ, ਸਹੀ ਕਿਵੇਂ ਲੈਣਾ ਤੇ ਪੂਰਾ ਕਿਵੇਂ ਲੈਣਾ। ਉਹਦੇ ਨਾਲ ਉਮਰ ਵੱਧਦੀ ਹੈ, ਅਨੇਕਾਂ ਫਾਇਦੇ ਨੇ ਯੋਗ ਆਸਨ ਦੇ। ਪਰ ਅੱਜ ਮੇਰਾ ਵਿਸ਼ਾ ਜਿਹੜਾ ਹੈਗਾ ਇਸ ਤੋਂ ਥੋੜਾ ਜਿਹਾ ਹਟ ਕੇ ਹੈ। ਮੈਂ ਤਾਂ ਇਹ ਦੱਸਣਾ ਸੀ ਕਿ ਭਾਈ ਕਿਹੜਾ ਕੋਰਸ ਯੋਗਾ ਦਾ ਕਰ ਲਈਏ ਤੇ ਸਾਡੀ ਆਮਦਨ ਦਾ ਕੋਈ ਨਾ ਕੋਈ ਸਾਧਨ ਬਣ ਜੇ। ਤਾਂ ਆਪਾਂ ਜਾਣਦੇ ਹਾਂ ਕਿ ਬੈਚਲਰ ਆਫ ਯੋਗ ਕੀ। ਤਾਂ ਪਿਆਰੇ ਵਿਦਿਆਰਥੀਓ, ਸਾਡਾ ਪਾਠ ਤੀਜਾ ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਐਵਾਰਡ। ਕਿੱਤਿਆਂ ਦੀ ਆਪਾਂ ਗੱਲ ਕਰ ਰਹੇ ਹਾਂ। ਕਿੱਤਾ ਹੈਗਾ ਯੋਗ ਮਾਹਰ ਬਣਨ ਦਾ, ਉਹਦੇ ਕੋਰਸਸ ਹੈ ਕਈ। ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ, ਸਰਟੀਫਿਕੇਟ ਕੋਰਸ ਇਨ ਯੋਗ। ਤਾਂ ਜੇਕਰ ਉਹ ਵੀਡੀਓ ਨਹੀਂ ਦੇਖੀ ਤਾਂ ਕਿਰਪਾ ਕਰਕੇ ਉਹ ਦੇਖ ਲਿਓ। ਉਹ ਸਿਰਫ 40 ਦਿਨ ਦਾ ਕੋਰਸ ਸੀ। ਇਹ ਬਹੁਤ ਵੱਡੀ ਡਿਗਰੀ ਹੈ, ਬੈਚਲਰ ਆਫ ਯੋਗਾ ਜਾਂ ਬੈਚਲਰ ਆਫ ਯੋਗ। ਤਾਂ ਭੂਮਿਕਾ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਕਸਰਤ ਦੀ ਜਿਹੜੀ ਵਿਧੀ ਹੈ ਹਜ਼ਾਰਾਂ ਸਾਲ ਪੁਰਾਣੀ ਹੈ। ਸਾਡੀ ਸੰਸਕ੍ਰਿਤੀ ਜਿਹੜੀ ਭਾਰਤ ਦੀ ਸੰਸਕ੍ਰਿਤੀ ਹੈ ਉਹਦੇ 'ਚ ਹਜ਼ਾਰਾਂ ਸਾਲ ਪਹਿਲਾਂ ਪ੍ਰੈਕਟਿਸ ਕਰਦੇ ਸੀ ਯੋਗੀ, ਜੰਗਲਾਂ 'ਚ ਜਾ ਕੇ। ਉਹਨਾਂ ਨੇ ਇਹ ਖੋਜਾਂ ਕਰਕੇ ਜਿਹੜੇ ਯੋਗ ਆਸਨ ਬਣਾਏ ਆ। ਸਾਰੇ ਸੰਸਾਰ ਦੇ ਵਿੱਚ ਯੋਗ ਹੁਣ ਪ੍ਰਚਲਿਤ ਹੋ ਗਿਆ। ਚੀਨ ਵਾਲੇ ਵੀ ਕਰਦੇ ਆ, ਅਮਰੀਕਾ ਵਾਲੇ ਵੀ ਕਰਦੇ ਆ, ਜਾਪਾਨ ਵਾਲੇ ਵੀ ਕਰਦੇ ਆ। ਇਹਨਾਂ ਦੇਸ਼ਾਂ ਨੇ ਨਾ ਆਪਣੇ ਯੋਗ ਤੋਂ ਲੈ ਕੇ ਕੁਝ ਆਪਦਾ ਵਿੱਚ ਉਹਦੇ 'ਚ ਐਕਸਰਸਾਈਜ਼ ਦਾ ਤਰੀਕਾ ਪਾ ਕੇ ਨਵੇਂ ਤਰ੍ਹਾਂ ਦਾ ਮਾਡਲ ਬਣਾਤਾ ਯੋਗ ਦਾ। ਤੀਸਰਾ ਪੁਆਇੰਟ ਹੈ ਸਾਡੇ ਕੋਲ ਯੋਗ ਨਾਲ ਰੋਗਾਂ ਦਾ ਇਲਾਜ। ਉਹ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਦੱਸਤੀ। ਤਾਂ ਪਿਆਰੇ ਵਿਦਿਆਰਥੀਓ, ਵਿਗਿਆਨ ਦੀ ਗੱਲ ਕਰਦੇ ਹਾਂ। ਇਹਦੇ 'ਚ ਵਿਗਿਆਨ ਕੀ ਹੈ? ਸਾਹ ਕਿਰਿਆ ਪਲੱਸ ਸਰੀਰਕ ਕਸਰਤ ਦੋਨੋਂ ਜਦੋਂ ਮਿਲਾਉਣੇ ਹੈ ਨਾ,
ਤਾਂ ਫਿਰ ਸਾਡੇ ਸਰੀਰ ਦੇ ਵਿੱਚ ਇਹੋ ਜਿਹੇ ਪਰਿਵਰਤਨ ਹੁੰਦੇ ਆ ਜਿਹੜੀ ਨਾ ਤਾਂ ਐਲੋਪੈਥੀ ਦੀ ਦਵਾਈ ਠੀਕ ਕਰ ਸਕਦੀ ਹੈ ਤੇ ਨਾ ਕੋਈ ਹੋਰ ਚੀਜ਼ਾਂ ਠੀਕ ਕਰ ਸਕਦੇ, ਸਿਰਫ ਯੋਗ ਨਾਲ ਆਪਾਂ ਠੀਕ ਹੋ ਸਕਦੇ ਹਾਂ। ਅੱਗੇ ਜੀ ਕਈ ਯੂਨੀਵਰਸਿਟੀਆਂ ਉਪਰੋਕਤ ਕੋਰਸ, ਉਪਰੋਕਤ ਕਿਹੜਾ, ਬੈਚਲਰ ਆਫ ਯੋਗ, ਕਈ ਯੂਨੀਵਰਸਿਟੀਆਂ ਉਪਰੋਕਤ ਕੋਰਸ ਬੈਚਲਰ ਆਫ ਯੋਗ ਕੋਰਸ ਕਰਵਾਉਂਦੀਆਂ ਨੇ। ਕੀ ਹੋ ਕੀ ਜਾਂਦਾ, ਬਣ ਕੀ ਜਾਂਦੇ, ਯੋਗ ਮਾਹਰ ਬਣ ਜਾਂਦੇ, ਯੋਗ ਦੇ ਅਧਿਆਪਕ ਬਣ ਸਕਦੇ ਆ, ਸਰਕਾਰੀ ਵੀ ਤੇ ਪ੍ਰਾਈਵੇਟ ਵੀ। ਗੱਲ ਕਰਦੇ ਆ ਆਪਾਂ ਕੋਰਸ ਦਾ ਸਮਾਂ ਕੀ ਹੈ। ਇਹਦਾ ਜਿਹੜਾ ਸਮਾਂ ਹੈਗਾ, ਡਿਊਰੇਸ਼ਨ ਹੈ, ਉਹ 3 ਸਾਲ ਹੈ। ਕੌਣ ਕਰ ਸਕਦਾ ਹੈ, ਯੋਗਤਾਵਾਂ ਕੀ ਹੈ, +2 ਪਾਸ ਹੋਵੇ ਬਸ। ਪਿਆਰੇ ਪਿਆਰੇ ਵਿਦਿਆਰਥੀਓ, ਹੁਣ ਤਾਂ +2 ਪਾਸ ਹੀ ਕੱਲਾ ਮੰਗੀ ਜਾਂਦੇ ਆ, ਇਹ ਛੇਤੀ ਛੇਤੀ ਕੋਰਸ ਕਰ ਲਓ। ਇਹ ਕੋਰਸ ਦੀ ਐਡਮਿਸ਼ਨ ਮੈਰਿਟ ਦੇ ਆਧਾਰ ਤੇ ਹੋਇਆ ਕਰੂਗੀ, ਕਦੇ ਕੁਝ ਨੂੰ ਐਡਮਿਸ਼ਨ ਹੀ ਨਹੀਂ ਮਿਲਿਆ ਕਰਨੀ। ਹਾਲੇ ਇਹ ਨਵਾਂ ਕੋਰਸ ਸ਼ੁਰੂ ਹੈ। ਜਦੋਂ ਕੋਈ ਕੋਰਸ ਨਵਾਂ ਸ਼ੁਰੂ ਹੁੰਦਾ ਹੈ, ਜਿਵੇਂ ਕੰਪਿਊਟਰ ਦੇ ਨਵੇਂ ਕੋਰਸ ਸ਼ੁਰੂ ਹੋਏ ਸੀ, ਉਹ ਸਾਰੇ ਟੀਚਰ ਲੱਗ ਗਏ, ਸਾਰੇ ਕਿਤੇ ਨਾ ਕਿਤੇ ਕੰਮ ਤੇ ਲੱਗ ਗਏ। ਤਾਂ ਜਦੋਂ ਨਵਾਂ ਕੋਈ ਕੋਰਸ ਸ਼ੁਰੂ ਹੋਵੇ ਨਾ, ਉਦੋਂ ਨਾਲ ਦੀ ਨਾਲ ਕਰ ਲੈਣਾ ਚਾਹੀਦਾ। ਲਾਭ ਪਿਆਰੇ ਵਿਦਿਆਰਥੀਓ, ਯੋਗ ਦੇ ਤਾਂ ਅਨੇਕਾਂ ਹੀ ਲਾਭ ਹੈ, ਪਰ ਇੱਥੇ ਰੁਜ਼ਗਾਰ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਯੋਗ ਅਧਿਆਪਕ ਬਣ ਸਕਦੇ ਹੋ, ਯੋਗ ਮਾਹਰ ਬਣ ਸਕਦੇ ਹੋ। ਯੋਗ ਮਾਹਰ ਬਣ ਕੇ ਤੁਸੀਂ ਆਪ ਦਾ ਕੋਈ ਸੈਂਟਰ ਖੋਲ ਕੇ ਵੀ ਚਲਾ ਸਕਦੇ ਹੋ। ਹੋਰ ਕੰਮ ਜਿੰਨੇ ਵੀ ਪਿਛਲੀ ਵੀਡੀਓ 'ਚ ਦੱਸੇ ਹੋ ਸਾਰੇ ਤੁਸੀਂ ਯੋਗ ਮਾਹਰ ਬਣ ਕੇ ਕਰ ਸਕਦੇ ਹੋ। ਯੋਗ ਅਧਿਆਪਕ ਇਹ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਲੱਗ ਸਕਦੇ ਹੋ, ਸਰਕਾਰੀ ਸਕੂਲਾਂ 'ਚ ਵੀ ਲੱਗ ਸਕਦੇ ਹੋ। ਇਹਦੀਆਂ ਪੋਸਟਾਂ ਕਿਸੇ ਵਕਤ ਵੀ ਸਰਕਾਰ ਜਿਹੜੀ ਹੈਗੀ ਹੈ ਉਹ ਅਲਾਓ ਕਰ ਸਕਦੀ ਹੈ, ਸਾਨੂੰ ਦੇ ਸਕਦੀ ਹੈ ਸਕੂਲਾਂ 'ਚ, ਤੇ ਆਪਾਂ ਯੋਗ ਅਧਿਆਪਕ ਲੈ ਲੈਂਦੇ ਹਾਂ। ਹੋਰ ਕੀ ਹੈਗਾ ਕਿ ਇਹ ਜਿਹੜੇ ਬੈਚਲਰ ਆਫ ਯੋਗ ਜਿਹਨੇ ਕੀਤੀ ਹੋਊਗੀ ਡਿਗਰੀ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਵੀ ਯੋਗ ਮਾਹਰ ਦੇ ਤੌਰ ਤੇ ਨੌਕਰੀ ਮਿਲਿਆ ਕਰੂਗੀ। ਤਾਂ ਪਿਆਰੇ ਵਿਦਿਆਰਥੀਓ, ਇਹਨਾਂ ਦਾ ਬੜਾ ਫਾਇਦਾ ਹੈ ਬੈਚਲਰ ਆਫ ਯੋਗ ਦਾ। ਜੇਕਰ ਤੁਹਾਨੂੰ ਇੰਟਰਸਟ ਹੈ ਯੋਗ ਦੇ ਵਿੱਚ ਤਾਂ ਕੰਮ ਬੜਾ ਸੌਖਾ ਹੈ, ਤੁਸੀਂ ਇਹ ਜ਼ਰੂਰ ਕਰੋ। ਜੇਕਰ ਤੁਸੀਂ ਇਹ ਕੋਰਸ ਨਹੀਂ ਵੀ ਕਰਨਾ ਤਾਂ ਘੱਟੋ ਘੱਟ +2 ਦਾ ਜਿਹੜਾ ਐਗਜ਼ਾਮ ਦੇਣਾ ਹੈ, ਹੁਣ ਤੁਹਾਨੂੰ ਉਹਦੇ 'ਚ ਪੂਰੀ ਮਦਦ ਮਿਲ ਜੂਗੀ, ਤੁਸੀਂ ਗੱਲ ਪੂਰੀ ਤਰ੍ਹਾਂ ਸਮਝ ਗਏ। ਤੇ ਅੱਜ ਅਸੀਂ ਯੋਗ ਨਾਲ ਹੀ ਸੰਬੰਧਿਤ ਤੀਜੇ ਕੋਰਸ ਦੀ ਗੱਲ ਕਰਨ ਲੱਗੇ ਹਾਂ, ਡਿਪਲੋਮਾ ਇਨ ਯੋਗ। ਤਾਂ ਪਿਆਰੇ ਵਿਦਿਆਰਥੀਓ, ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਯੋਗ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਸਾਡਾ ਮਨ ਤੰਦਰੁਸਤ ਰਹਿੰਦਾ ਹੈ, ਸਾਨੂੰ ਰੋਗ ਨਹੀਂ ਲੱਗਦੇ, ਅਨੇਕਾਂ ਹੀ ਫਾਇਦੇ ਨੇ। ਅੱਜ ਆਪਾਂ ਜਾਣਦੇ ਹਾਂ ਕਿ ਕਿੱਤੇ ਦੇ ਤੌਰ ਤੇ ਯੋਗ ਦੇ ਕੀ ਫਾਇਦੇ ਨੇ, ਖਾਸ ਕਰਕੇ ਉਦੋਂ ਜਦੋਂ ਆਪਾਂ ਡਿਪਲੋਮਾ ਕਰਦੇ ਹਾਂ ਯੋਗਾ ਦੇ ਵਿੱਚ, ਡਿਪਲੋਮਾ ਇਨ ਯੋਗਾ। ਤਾਂ ਪਹਿਲੇ ਵਿਦਿਆਰਥੀਓ, +2 ਜਮਾਤ ਹੈ, ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਸਾਡਾ ਸਬਜੈਕਟ ਹੈ। ਸਰੀਰਕ ਸਿੱਖਿਆ ਅਤੇ ਖੇਡਾਂ, ਪਾਠ ਤੀਜਾ, ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਐਵਾਰਡ। ਤਾਂ ਪਿਆਰੇ ਵਿਦਿਆਰਥੀਓ, ਯੋਗ ਮਾਹਰ ਬਣਨ ਸੰਬੰਧੀ ਜਿਹੜੇ ਕੋਰਸ ਹੈ ਉਹਦੇ 'ਚ ਤੀਜਾ ਕੋਰਸ ਆਪਾਂ ਸਟੱਡੀ ਕਰ ਰਹੇ ਹਾਂ। ਜੇ ਇਸ ਤੋਂ ਪਹਿਲਾਂ ਵਾਲੇ 2 ਕੋਰਸ ਤੁਸੀਂ ਨਹੀਂ ਸਟੱਡੀ ਕੀਤੇ ਤਾਂ ਵੀਡੀਓਜ਼ ਇਸ ਤੋਂ ਪਹਿਲਾਂ ਵਾਲੀਆਂ ਜ਼ਰੂਰ ਦੇਖ ਲਿਆ ਜੀ। ਡਿਪਲੋਮਾ ਇਨ ਯੋਗਾ, ਡਿਪਲੋਮਾ ਇਨ ਯੋਗ। ਡਿਪਲੋਮਾ ਹੁੰਦਾ ਜਦੋਂ ਥੋੜੇ ਸਮੇਂ ਦਾ ਕੋਰਸ, ਜਿਹੜੀ ਡਿਗਰੀ ਹੈਗੀ ਹੈ ਉਹ ਜ਼ਿਆਦਾ ਸਮੇਂ ਦਾ ਕੋਰਸ ਹੁੰਦਾ ਹੈ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਹਦੇ ਬਾਰੇ ਕਿ ਜਿਹੜਾ ਇਹ ਡਿਪਲੋਮਾ ਇਨ ਯੋਗਾ ਹੈ ਤੇ ਜਿਹੜੀ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਬੈਚਲਰ ਆਫ ਯੋਗਾ ਦੀ ਗੱਲ ਕੀਤੀ ਹੈ, ਉਹ ਇਕੁਇਵਲੈਂਟ ਨੇ। ਕਹਿਣ ਦਾ ਭਾਵ ਉਹ ਬਰਾਬਰ ਦੀ ਮਾਨਤਾ ਹੈ। ਬਰਾਬਰ ਦੀ ਮਾਨਤਾ ਕਿਵੇਂ ਹੋਈ, ਕਿਉਂ ਹੋਈ, ਉਹਦੀ ਗੱਲ ਆਪਾਂ ਜਦੋਂ ਯੋਗਤਾਵਾਂ ਸਟੱਡੀ ਕਰਾਂਗੇ ਉੱਥੇ ਪਤਾ ਲੱਗੂਗੀ। ਤਾਂ ਗੱਲ ਕਰਦੇ ਹਾਂ ਭੂਮਿਕਾ ਦੀ। ਪਿਆਰੇ ਵਿਦਿਆਰਥੀਓ, ਹਜ਼ਾਰਾਂ ਸਾਲ ਪੁਰਾਣੀ ਕਸਰਤ ਵਿਧੀ ਹੈ ਇਹ। ਸਾਰੇ ਸੰਸਾਰ ਦੇ ਵਿੱਚ ਹੁਣ ਯੋਗ ਪ੍ਰਣਾਲੀ ਨੂੰ ਅਪਣਾਇਆ ਗਿਆ। ਯੋਗ ਨਾਲ ਰੋਗਾਂ ਦਾ ਇਲਾਜ ਹੁੰਦਾ ਹੈ, ਸਰੀਰਕ ਰੋਗ ਵੀ ਦੂਰ ਹੁੰਦੇ, ਮਾਨਸਿਕ ਰੋਗ ਵੀ ਦੂਰ ਹੁੰਦੇ ਆ। ਇੱਥੋਂ ਤੱਕ ਕਿ ਐਲੋਪੈਥੀ ਦੇ ਵਿੱਚ ਇਹੋ ਜਿਹੇ ਇਲਾਜ ਨਹੀਂ ਮਿਲਦੇ ਜਿਹੋ ਜਿਹੇ ਯੋਗ ਨਾਲ ਆਪਾਂ ਉਹਨਾਂ ਦਾ ਇਲਾਜ ਕਰ ਸਕਦੇ ਹਾਂ। ਸਾਹ ਕਿਰਿਆ ਤੇ ਸਰੀਰਕ ਕਸਰਤ ਦੋਨਾਂ ਦਾ ਇੱਕ ਵਿਗਿਆਨਕ ਢੰਗ ਨਾਲ ਮੇਲ ਕੀਤਾ ਜਾਂਦਾ ਹੈ। ਜਦੋਂ ਅਸੀਂ ਕੋਈ ਯੋਗ ਕਰਦੇ ਹਾਂ, ਯੋਗ ਆਸਨ ਕਰਦੇ ਹਾਂ, ਯੋਗ ਆਸਨ ਦੇ ਦਰਮਿਆਨ ਕਦੋਂ ਸਾਹ ਅੰਦਰ ਖਿੱਚ ਕੇ ਕਿਸੇ ਅੰਗ ਨੂੰ ਆਪਾਂ ਖਿੱਚਣਾ, ਮੋੜਨਾ, ਜਾਂ ਸਾਹ ਬਾਹਰ ਛੱਡ ਕੇ, ਜੇ ਇਹ ਗੱਲ ਦਾ ਧਿਆਨ ਰੱਖ ਕੇ ਕਰਦੇ ਆ ਤਾਂ ਸਾਡੇ ਜਿਹੜੇ ਅੰਦਰੂਨੀ ਅੰਗ ਹੈ, ਜਿਵੇਂ ਸਾਡੇ ਫੇਫੜੇ ਹੈ, ਪੈਨਕ੍ਰੀਅਸ ਹੈ, ਸਾਡਾ ਸਟਮਕ ਹੈ, ਇਹ ਸਾਰਿਆਂ ਤੇ ਬਹੁਤ ਵਧੀਆ ਅਸਰ ਪੈਂਦਾ ਹੈ ਤੇ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ। ਇੱਥੋਂ ਤੱਕ ਕਿ ਉਹਨਾਂ ਦੀ ਸਫਾਈ ਹੋ ਜਾਂਦੀ ਹੈ। ਜਿਹੜਾ ਯੋਗ ਹੈ ਨਾ, ਇਹਦੇ ਨਾਲ ਤਾਂ ਸਾਡੇ ਮਨ ਹੈ ਨਾ, ਜਿਹੜਾ ਸਾਡਾ ਮਨ, ਉਹਦੀ ਜਿਹੜੀ ਪੋਟੀ ਹੈ, ਮਨ ਦਾ ਜਿਹੜਾ ਮਲ ਹੈ ਉਹ ਵੀ ਨਿਕਲਦਾ।
ਹੋਰ ਕਿਸੇ ਵੀ ਦਵਾਈਆਂ ਨਾਲ ਮਨ ਦਾ ਮਲ ਉਹ ਨਹੀਂ ਨਿਕਲਦਾ। ਇਹ ਸਿਰਫ ਯੋਗ ਹੀ ਹੈ ਜਿਹਦੇ ਨਾਲ ਅਸੀਂ ਮਨ ਦਾ ਜਿਹੜਾ ਮਲ ਹੈ, ਮਲ ਕਿਹੜਾ ਹੁੰਦਾ ਹੈ? ਜਦੋਂ ਆਪਾਂ ਚੁਗਲੀਆਂ ਕਰਦੇ ਆ, ਨਿੰਦਿਆ ਕਰਦੇ ਆ, ਉਹ ਸਾਰਾ ਕੌਣ ਕੱਢ ਦਿੰਦਾ? ਯੋਗ ਕੱਢ ਦਿੰਦਾ। ਤੇ ਐ ਸਾਡੇ ਮਨ ਨੂੰ ਨਹਾਤਾ ਧੋਤਾ ਕਰ ਦਿੰਦਾ, ਜਿਵੇਂ ਆਪਾਂ ਆਪਦੇ ਸਰੀਰ ਨੂੰ ਨਵਾਉਣੇ ਆ। ਕਈ ਯੂਨੀਵਰਸਿਟੀਆਂ ਇਹ ਕੋਰਸ ਕਰਵਾਉਂਦੀਆਂ ਜੀ, ਯੋਗ ਮਾਹਰ ਬਣ ਜਾਂਦੇ ਹੋ, ਯੋਗ ਅਧਿਆਪਕ ਲੱਗ ਸਕਦੇ ਹੋ ਪ੍ਰਾਈਵੇਟ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ। ਇਹਦੇ ਨਾਲ ਨਾਲ ਤੁਸੀਂ ਹਸਪਤਾਲਾਂ ਦੇ ਵਿੱਚ ਵੀ ਯੋਗ ਮਾਹਰ ਦੇ ਤੌਰ ਤੇ ਕੰਮ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਥਾਂ ਤੇ ਸਾਨੂੰ ਮਰੀਜ਼ਾਂ ਨੂੰ ਠੀਕ ਕਰਨ ਵਾਸਤੇ ਯੋਗ ਮਾਹਰ ਦੀ ਲੋੜ ਪੈਂਦੀ ਹੈ। ਕੋਰਸ ਦਾ ਸਮਾਂ ਕੀ ਹੈ? 2 ਸਾਲ। ਜਿਹੜਾ ਆਪਾਂ ਬੈਚਲਰ ਆਫ ਯੋਗਾ ਕੀਤਾ ਸੀ ਉਹਦਾ 3 ਸਾਲ ਸੀ, ਉਹ +2 ਤੋਂ ਬਾਅਦ ਸੀ। ਇਹ ਕਦੋਂ ਹੈ? ਯੋਗ ਦਾ ਇਹਦੇ BA ਤੋਂ ਬਾਅਦ ਹੈ। BA ਕੀਤੀ ਹੋਵੇ, BSc ਕੀਤੀ ਹੋਵੇ, ਕਹਿਣਾ ਭਾਵ ਗ੍ਰੈਜੂਏਸ਼ਨ ਹੋਵੇ। ਗ੍ਰੈਜੂਏਸ਼ਨ ਤੋਂ 2 ਸਾਲ ਦਾ ਸਮਾਂ ਲੈ ਕੇ ਕੋਰਸ ਕਰਨਾ ਹੈ ਤਾਂ ਉਹਨੂੰ ਬੋਲਾਂਗੇ ਆਪਾਂ ਡਿਪਲੋਮਾ ਇਨ ਯੋਗਾ। ਪਰ ਇਹ ਕੰਮ ਉਨਾ ਹੀ ਕਰੂਗਾ ਜਿੰਨਾ ਬੈਚਲਰ ਆਫ ਯੋਗਾ ਕਰਦਾ ਹੈ। ਲਾਭ ਕੀ ਹੈ? ਜਿਸ ਤਰ੍ਹਾਂ ਅਸੀਂ ਬੈਚਲਰ ਆਫ ਯੋਗ ਦੇ ਵਿੱਚ ਅਧਿਆਪਕ ਲੱਗ ਸਕਦੇ ਸੀ ਯੋਗ ਦੇ, ਉਸੇ ਤਰ੍ਹਾਂ ਯੋਗ ਦੇ ਅਧਿਆਪਕ ਇਹਦੇ 'ਚ ਵੀ ਲੱਗ ਸਕਦੇ ਹਾਂ। ਯੋਗ ਮਾਹਰ ਦੇ ਤੌਰ ਤੇ ਕੰਮ ਕਰ ਸਕਦੇ ਹਾਂ। ਅਸੀਂ ਆਪਦਾ ਪ੍ਰਾਈਵੇਟ ਸੈਂਟਰ ਖੋਲ ਕੇ ਲੋਕਾਂ ਨੂੰ ਯੋਗ ਨਾਲ ਸੰਬੰਧਿਤ ਸਿੱਖਿਆ ਦੇ ਸਕਦੇ ਹਾਂ, ਉਹਨਾਂ ਨੂੰ ਯੋਗ ਕਰਵਾ ਸਕਦੇ ਹਾਂ, ਉਹਨਾਂ ਦੇ ਰੋਗ ਦੂਰ ਕਰ ਸਕਦੇ ਹਾਂ। ਜੇ ਅਸੀਂ ਸੇਵਾ ਦੇ ਤੌਰ ਤੇ ਬਣਾਈਏ ਤਾਂ ਸੇਵਾ ਦੇ ਤੌਰ ਤੇ ਵੀ ਇਸ ਕਿੱਤੇ ਨੂੰ ਆਪਾਂ ਅਪਣਾ ਸਕਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਅੱਜ ਡਿਪਲੋਮਾ ਇਨ ਯੋਗ ਬਾਰੇ ਜਿਹੜਾ ਸਟੱਡੀ ਕੀਤਾ ਹੈ। ਤੁਸੀਂ ਮੇਰੀਆਂ ਵੀਡੀਓਜ਼ ਨੂੰ ਪਸੰਦ ਤਾਂ ਬਹੁਤ ਕਰਦੇ ਹੋ, ਪਰ ਕਿਤੇ ਨਾ ਕਿਤੇ ਕਸਰ ਥੋੜੀ ਜਿਹੀ ਛੱਡ ਜਾਂਦੇ ਹੋ। ਕਦੇ ਕਦੇ ਚੈਨਲ ਸਬਸਕ੍ਰਾਈਬ ਨਹੀਂ ਕਰ ਪਾਉਂਦੇ ਤੇ ਕਦੇ ਦੂਜਿਆਂ ਨੂੰ ਨਹੀਂ ਭੇਜਦੇ। ਤੁਸੀਂ ਐ ਸਮਝਦੇ ਵੀ ਸਾਡੇ ਕੋਲ ਹੀ ਸਾਨੂੰ ਹੀ ਲਾਭ ਮਿਲ ਜੇ। ਇਹ ਜਾਣਕਾਰੀ ਸਾਡੇ ਤੱਕ ਹੀ ਰਹਿ ਜੇ। ਭਾਈ ਜੇ ਮੈਂ ਇਹ ਗੱਲ ਸੋਚ ਲੈਂਦਾ ਤਾਂ ਤੁਹਾਡੇ ਤੱਕ ਇਹ ਜਾਣਕਾਰੀ ਕਿੱਦਾਂ ਪਹੁੰਚਦੀ? ਸਾਨੂੰ ਤਾਂ ਗੁਰੂਆਂ ਨੇ ਸਿਖਾਇਆ ਸਰਬੱਤ ਦਾ ਭਲਾ, ਸਭ ਦਾ ਭਲਾ ਕਰੋ। ਤੇ ਜਦੋਂ ਅਸੀਂ ਸਭ ਦਾ ਭਲਾ ਕਰਦੇ ਹਾਂ ਤਾਂ ਮਨ ਦਾ ਮਲ, ਮਨ ਦੀ ਮੈਲ, ਮਨ ਦੀ ਪੋਟੀ ਇਹ ਦੂਰ ਹੁੰਦੀ ਹੈ। ਸਾਰਿਆਂ ਦਾ ਭਲਾ ਸੋਚੋ। ਚਾਹੇ ਉਹ ਪਾਕਿਸਤਾਨ ਦਾ ਰਹਿਣ ਵਾਲਾ ਬੰਦਾ ਹੀ ਹੈ, ਉਹਦਾ ਵੀ ਭਲਾ ਸੋਚੋ। ਮਨ ਸਾਡਾ ਸਾਫ਼ ਹੋ ਜਾਊਗਾ। ਤਾਂ ਪਿਆਰੇ ਵਿਦਿਆਰਥੀਓ, ਤੁਹਾਡੇ ਵੱਲੋਂ ਮਿਲੇ ਸਹਿਯੋਗ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।